Hello students, today we are going to start the new chapter on saying please. As we have covered the previous syllabus, so today we are going to start the new syllabus, and that is the chapter on saying please. This chapter has been written by A.G. Gardner, and this chapter tells us the value of good manners. This chapter tells us the value of good manners and polite behavior. How should we behave and what is its social importance? So the lesson is began by the author with an example. He gives us an example of the lift man. You must have seen the lift. ਤੁਸੀਂ ਬੇਟਾ ਲਿਫਟ ਤਾਂ ਸਭ ਨੇ ਦੇਖੀ ਹੀ ਹੋਣੀ. The young lift man in a city office who threw a passenger out of his lift the other morning and was fined for the offence was undoubtedly in the wrong. Author ਕਹਿ ਰਿਹਾ ਹੈ ਕਿ young lift man, ਇੱਕ ਲਿਫਟ ਮੈਨ ਨੇ ਇੱਕ ਪੈਸੇਂਜਰ ਨੂੰ ਲਿਫਟ ਦੇ ਵਿੱਚੋਂ ਬਾਹਰ ਸੁੱਟਤਾ ਇੱਕ ਸਵੇਰੇ, ਤੇ ਬਿਲਕੁਲ ਉਹਦੀ ਗਲਤ ਗੱਲ ਸੀ. ਐਂਡ ਹੀ ਵਾਜ਼ ਫਾਈਨਡ, ਉਹਨੂੰ ਜੁਰਮਾਨਾ ਵੀ ਹੋਇਆ ਇਸ ਦੇ ਵਾਸਤੇ ਫॉर द offense ਕੀ ਹੁੰਦਾ ਇਸ ਗਲਤੀ ਲਈ. was undoubtedly in the wrong, ਕੋਈ ਸ਼ੱਕ ਨਹੀਂ ਹੈ ਕਿ ਉਹ ਇਸ 'ਚ ਗਲਤ ਸੀ. it was a question of please, ਉਹਨੇ ਬਾਹਰ ਸੁੱਟਿਆ ਕਿਉਂ? it was a question of please ਦਾ ਸਵਾਲ ਸੀ. the complainant entering the lift said top, ਜਿਹੜਾ ਕੰਪਲੇਨੈਂਟ ਸੀ ਮਤਲਬ ਜਿਹੜਾ ਪੈਸੇਂਜਰ ਲਿਫਟ ਦੇ ਵਿੱਚ ਆਇਆ ਉਹਨੇ ਕੀ ਕਿਹਾ? ਟੌਪ. ਦ ਲਿਫਟਮੈਨ ਡਿਮਾਂਡਡ ਟੌਪ ਪਲੀਜ਼, ਲੇਕਿਨ ਲਿਫਟਮੈਨ ਦੀ ਕਿਆ ਉਮੀਦ ਸੀ, ਕਿਆ ਉਹ ਕੀ ਚਾਹੁੰਦਾ ਸੀ ਕਿ ਉਹਨੂੰ ਕਿਵੇਂ ਬੋਲਿਆ ਜਾਵੇ? ਟੌਪ ਪਲੀਜ਼. ਮਤਲਬ ਹੀ ਵਾਜ਼ ਐਕਸਪੈਕਟਿੰਗ ਪੋਲਾਈਟ ਬਿਹੇਵੀਅਰ whereas the passenger was rude in his behavior. So the liftman demanded top please, and this concession being refused, he not only declined to comply with the instruction but hurled the passenger out of the lift. तो ਜਦੋਂ उसने ਇਹਦੇ ਅਕੋਰਡਿੰਗ ਵਿਵਹਾਰ ਨਹੀਂ ਕੀਤਾ ਤਾਂ ਨਾ ਹੀ ਉਸਨੇ ਸਿਰਫ ਉਸਦੀ ਗੱਲ ਮੰਨਣ ਤੋਂ ਮਨਾ ਕਰਤਾ ਬਲਕਿ ਉਸਨੂੰ ਪੈਸੇਂਜਰ ਨੂੰ ਲਿਫਟ ਤੋਂ ਬਾਹਰ ਵੀ ਕੱਢਤਾ. ਦਿਸ ਆਫ ਕੋਰਸ ਵਾਸ ਕੈਰਿੰਗ ਅ ਕਮੈਂਟ ਔਨ ਮੈਨਰਸ ਟੂ ਫਾਰ. ਤਾਂ ਇਹ ਜਿਹੜਾ ਅਗਰ ਆਪਾਂ ਮੈਨਰਸ 'ਤੇ ਕਮੈਂਟ ਕਰਨਾ ਚਾਹੁੰਦੇ ਹਾਂ, ਮੈਨਰਸ ਦੀ ਗੱਲ ਕਰਨਾ ਚਾਹੁੰਦੇ ਹਾਂ ਤਾਂ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ. ਡਿਸਕਰਟਸੀ ਇਜ਼ ਨਾਟ ਅ ਲੀਗਲ ਓਫੈਂਸ. ਅਗਰ ਡਿਸਕਰਟਸੀ ਕੀ ਹੁੰਦਾ ਬੇਟਾ? ਡਿਸਕਰਟਸੀ ਮੀਨਸ ਬੁਰਾ ਵਿਵਹਾਰ, ਅਸਭ्य, ਅਸ਼ਿਸ਼ਟ ਵਿਵਹਾਰ, ਜਿਹੜਾ ਆਪਾਂ ਕਿਸੇ ਨਾਲ ਰੁੱਖਾ ਵਿਵਹਾਰ ਕਰਦੇ ਹਾਂ ਉਹ ਕੋਈ ਲੀਗਲ ਓਫੈਂਸ ਨਹੀਂ ਹੈ, ਕੋਈ ਕਾਨੂੰਨੀ ਜੁਰਮ ਨਹੀਂ ਹੈ. ਐਂਡ ਇਟ ਡਜ਼ਨਟ ਐਕਸਕਿਊਜ਼ ਅਸੌਲਟ ਐਂਡ ਬੈਟਰੀ, ਅਤੇ ਉਹ ਸਾਨੂੰ ਕੋਈ ਹਮਲਾ ਕਰਨ ਦੀ ਵੀ ਇਜਾਜ਼ਤ ਨਹੀਂ ਦਿੰਦਾ. ਇਫ ਅ ਬਰਗਲਰ ਬ੍ਰੇਕਸ ਇਨਟੂ ਮਾਈ ਹਾਊਸ, ਅਗਰ ਕੋਈ ਚੋਰ ਮੇਰੇ ਘਰ ਹਮਲਾ ਕਰ ਦਿੰਦਾ ਹੈ ਐਂਡ ਆਈ ਨੋਕ ਹਿਮ ਡਾਊਨ, ਅਤੇ ਮੈਂ ਉਹਦੇ 'ਤੇ ਹਮਲਾ ਕਰਦਾ, ਮੈਂ ਉਹਨੂੰ ਮਾਰਦਾ ਹਾਂ, ਦ ਲਾਅ ਵਿਲ ਐਕਵਿਟ ਮੀ, ਤਾਂ ਜਿਹੜਾ ਕਾਨੂੰਨ ਹੈ ਉਹ ਮੈਨੂੰ ਐਕਵਿਟ ਕਰ ਦੇਗਾ, ਮਤਲਬ ਮੈਨੂੰ ਛੱਡ ਦੇਗਾ, ਮਾफ़ ਕਰ ਦੇਗਾ. ਐਂਡ ਇਫ ਆਈ ਐਮ ਫਿਜ਼ੀਕਲੀ ਅਸੌਲਟਡ, ਅਗਰ ਮੈਨੂੰ ਤੇ ਫਿਜ਼ੀਕਲ ਅਸੌਲਟ ਹੁੰਦਾ ਹੈ, ਮੇਰੇ 'ਤੇ ਹਮਲਾ ਹੁੰਦਾ ਹੈ, ਇਟ ਵਿਲ ਪਰਮਿਟ ਮੀ ਟੂ ਰਿਟੈਲੀਏਟ ਵਿਦ ਰੀਜ਼ਨੇਬਲ ਵਾਇਲੈਂਸ. ਤਾਂ ਉਹ ਕਹਿੰਦਾ ਕਿ ਜੇ ਅਗਰ ਮੇਰੇ 'ਤੇ ਹਮਲਾ ਹੁੰਦਾ ਹੈ ਤਾਂ ਮੈਨੂੰ ਕਾਨੂੰਨ ਇਜਾਜ਼ਤ ਦਿੰਦਾ ਹੈ ਕਿ ਮੈਂ ਵੀ ਵਾਪਸ ਹਮਲਾ ਕਰਾਂ, ਬਟ ਵਿਦ, ਉਹਨੇ ਕੀ ਕਿਹਾ ਆਪਾਂ ਨੂੰ? ਵਿਦ ਰੀਜ਼ਨੇਬਲ ਵਾਇਲੈਂਸ. ਰੀਜ਼ਨੇਬਲ ਵਾਇਲੈਂਸ ਮਤਲਬ ਜਿੰਨੀ ਕੁ ਹਿੰਸਾ ਦੀ ਲੋੜ ਹੈ ਉਸ ਤੋਂ ਵੱਧ ਨਹੀਂ. It does this because the burglar and my assailant have broken quite definite commands of the law. ਕਾਨੂੰਨ ਨੇ ਮੈਨੂੰ ਇਹ ਇਜਾਜ਼ਤ ਕਿਉਂ ਦਿੱਤੀ? ਕਿਉਂਕਿ ਜਿਹੜਾ ਚੋਰ ਹੈ ਉਸਨੇ ਕਾਨੂੰਨ ਨੂੰ ਤੋੜਿਆ ਹੈ. But no legal system could attempt to legislate against bad manners or could sanction the use of violence against something which it does not itself recognize as a legally punishable offence. But ਜਿਹੜਾ ਕਹਿੰਦਾ ਕਾਨੂੰਨ ਹੈ, ਕੋਈ ਵੀ ਕਾਨੂੰਨੀ ਵਿਵਸਥਾ ਜਿਹੜੀ ਹੈ ਉਹ ਕਿਸੇ ਵੀ ਬੈਡ ਮੈਨਰਸ ਦੇ ਖਿਲਾਫ ਕੋਈ ਕਾਨੂੰਨ ਨਹੀਂ ਬਣਾ ਸਕਦੀ ਔਰ ਕੁਡ ਸੈਂਕਸ਼ਨ ਦਾ ਯੂਜ਼ ਆਫ ਵਾਇਲੈਂਸ, ਜਾਂ ਫਿਰ ਹਿੰਸਾ ਦੀ ਇਜਾਜ਼ਤ ਨਹੀਂ ਦੇ ਸਕਦੀ, ਕਿਉਂਕਿ ਉਹ ਉਸਨੂੰ ਖੁਦ ਹੀ ਲੀਗਲੀ ਪਨਿਸ਼ੇਬਲ ਓਫੈਂਸ ਨਹੀਂ ਸਮਝਦੀ, ਖੁਦ ਹੀ ਉਹਨੂੰ ਜਿਹੜਾ ਹੈ ਕੋਈ ਜੁਰਮ ਨਹੀਂ ਸਮਝਿਆ ਜਾਂਦਾ. ਐਂਡ ਵਾਟ ਐਵਰ ਆਵਰ ਸਿੰਪਥੀ ਵਿਦ ਦ ਲਿਫਟਮੈਨ, ਚਾਹੇ ਸਾਡੀ ਸਿੰਪਥੀ ਲਿਫਟਮੈਨ ਨਾਲ ਹੈ. ਰਾਈਟਰ ਇਜ਼ ਅਗੇਨ ਟਾਕਿੰਗ ਅਬਾਊਟ ਦ ਐਗਜ਼ਾਮਪਲ ਵਿਦ ਵਿਚ ਹੀ ਬਿਗੈਨ ਦ ਚੈਪਟਰ. ਵੀ ਹੈਵ ਆਲ ਦ ਸਿੰਪਥੀ ਫॉर द ਲਿਫਟਮੈਨ. ਵੀ ਮਸਟ ਐਡਮਿਟ ਦੈਟ ਦ ਲਾਅ ਇਜ਼ ਰੀਜ਼ਨੇਬਲ, ਬਟ ਫਿਰ ਵੀ ਸਾਨੂੰ ਇਹ ਗੱਲ ਮੰਨਣੀ ਪਏਗੀ ਕਿ ਕਾਨੂੰਨ ਆਪਣੀ ਜਗ੍ਹਾ ਸਹੀ ਹੈ. ਇਟ ਵੁੱਡ ਨੈਵਰ ਡੂ ਇਫ ਵੀ ਵਰ ਐਟ ਲਿਬਰਟੀ ਟੂ ਬਾਕਸ ਪੀਪਲਜ਼ ਈਅਰਸ ਬਿਕੋਜ਼ ਵੀ ਡਿਡ ਨੋਟ ਲਾਈਕ ਦੇਅਰ ਬਿਹੇਵੀਅਰ. ਕਿ ਅਗਰ ਸਾਨੂੰ ਇਹ ਲਿਬਰਟੀ ਮਿਲ ਜਾਏ, ਲਿਬਰਟੀ ਕੀ ਹੁੰਦਾ ਹੈ? ਯੂ ਰੈਡ ਦ ਚੈਪਟਰ in +1 also, liberty and discipline. What is liberty? Yes, you are right, liberty is freedom. ਕਿ ਅਗਰ ਸਾਨੂੰ ਆਜ਼ਾਦੀ ਮਿਲ ਜਾਏ ਕਿ ਲੋਕਾਂ ਨੂੰ ਮਾਰਨ ਦੀ, ਅਗਰ ਸਾਨੂੰ ਅੱਛਾ ਨਹੀਂ ਲੱਗਦਾ ਉਹਨਾਂ ਦਾ ਬਿਹੇਵੀਅਰ ਅਤੇ ਅਸੀਂ ਉਹਨਾਂ ਨੂੰ ਮਾਰੀਏ, ਔਰ ਦ ਟੋਨ ਆਫ ਦੇਅਰ ਵੋਇਸ, ਜਾਂ ਸਾਨੂੰ ਉਹਨਾਂ ਦੀ ਆਵਾਜ਼ ਨਹੀਂ ਅੱਛੀ ਲੱਗਦੀ, ਔਰ ਦ ਸਕਾਊਲ ਆਫ ਦੇਅਰ ਫੇਸਿਸ, ਸਾਨੂੰ ਉਹਨਾਂ ਦੇ ਚਿਹਰੇ ਦੀ ਜਿਹੜਾ ਹਾਵ ਭਾਵ ਹੈ ਉਹ ਪਸੰਦ ਨਹੀਂ ਹੈ. ਸੋ ਆਵਰ ਫਿਸਟ ਵੁੱਡ ਨੈਵਰ ਬੀ ਆਈਡਲ. ਤਾਂ ਸਾਡੇ ਜਿਹੜੇ ਫਿਸਟ ਨੇ, ਸਾਡੇ ਜਿਹਨੂੰ ਅਸੀਂ ਮੁੱਕਾ ਵੀ ਕਹਿ ਸਕਦੇ ਹਾਂ, ਉਹ ਕਦੇ ਵੀ ਫਿਸਟ
would never be idle, ਸਾਡੇ ਮੁੱਕੇ ਕਦੇ ਵੀ ਵਿਹਲੇ ਨਹੀਂ ਹੋਣਗੇ, and the gutters of the city would run with blood all day, ਤੇ ਜਿਹੜੇ ਗਟਰ ਨੇ ਸ਼ਹਿਰ ਦੇ ਉਹਨਾਂ ਦੇ ਵਿੱਚ ਸਾਰਾ ਦਿਨ ਖੂਨ ਚੱਲੇਗਾ, ਕਿਉਂਕਿ ਅਸੀਂ ਸਾਰਾ ਦਿਨ ਇੱਕ ਦੂਜੇ ਨੂੰ ਇਸ ਹਿਸਾਬ ਨਾਲ ਤਾਂ ਫਿਰ ਮਾਰੀ ਜਾਵਾਂਗੇ। I may be as uncivil as I may please, ਤਾਂ ਰਾਈਟਰ ਕਹਿ ਰਿਹਾ ਕਿ ਮੈਂ ਉਨਾ ਅਸਭ्य ਹੋ ਸਕਦਾ ਹਾਂ ਜਿੰਨਾ ਮੈਂ ਚਾਹਾਂ, and the law will protect me, but ਕਾਨੂੰਨ ਮੇਰੀ ਫਿਰ ਵੀ ਰੱਖਿਆ ਕਰੇਗਾ। ਕਾਨੂੰਨ ਮੈਨੂੰ ਕੀ ਕਰੇਗਾ? ਪ੍ਰੋਟੈਕਟ ਕਰੇਗਾ। ਪ੍ਰੋਟੈਕਟ ਮੀਨਸ ਰੱਖਿਆ ਕਰੇਗਾ। ਅਨਸਿਵਲ ਕੀ ਹੁੰਦਾ? ਵਾਟ ਇਜ਼ ਦ ਮੀਨਿੰਗ ਆਫ ਅਨਸਿਵਲ? ਅਨਸਿਵਲ ਮੀਨਸ ਅਸਭ्य। ਜਦੋਂ ਅਸੀਂ ਅਸਭ्य ਵਿਵਹਾਰ ਕਿਸੇ ਨਾਲ ਕਰਦੇ ਹਾਂ ਤਾਂ ਕਾਨੂੰਨ ਮੇਰੀ ਰੱਖਿਆ ਕਰੇਗਾ ਅਗੇਂਸਟ ਵਾਇਲੈਂਟ ਰਿਟੈਲੀਏਸ਼ਨ। ਕਿਸ ਚੀਜ਼ ਦੇ ਨਾਲ ਮੇਰੀ ਰੱਖਿਆ ਕਰੇਗਾ? ਕਿ ਮੇਰੇ 'ਤੇ ਕੋਈ ਹਿੰਸਾ ਨਾ ਹੋਵੇ। I may be haughty or boorish, मैं कितना भी घमंडी हो सकता हाँ, and there is no penalty to pay except the penalty of being written down an ill-mannered fellow, but ਇਹਦੀ ਕੋਈ ਮੈਨੂੰ penalty, ਕੋਈ ਸਜ਼ਾ ਨਹੀਂ ਮਿਲ ਸਕਦੀ, ਕੋਈ ਜੁਰਮਾਨਾ ਨਹੀਂ ਲੱਗ ਸਕਦਾ ਸਿਵਾਏ ਇਸ ਦੇ ਕਿ ਸਿਰਫ ਇਹੀ ਕਿਹਾ ਜਾਏਗਾ ਕਿ ਇਹ ਬੰਦਾ ਬਹੁਤ ill-mannered ਹੈ, ਇਹਨੂੰ ਮੈਨਰਸ ਨਹੀਂ ਹੈਗੇ, ਇਹਨੂੰ ਵਿਵਹਾਰ ਕਰਨ ਦਾ ਤਰੀਕਾ ਨਹੀਂ ਹੈ। The law doesn't compel me to say please, ਕਾਨੂੰਨ ਮੈਨੂੰ ਪਲੀਜ਼ ਕਹਿਣ ਦੇ ਲਈ ਕੰਪੈਲ ਨਹੀਂ ਕਰ ਸਕਦਾ, ਫੋਰਸ ਨਹੀਂ ਕਰ ਸਕਦਾ। ਔਰ ਟੂ ਅਟਿਊਨ ਮਾਈ ਵੋਇਸ ਟੂ ਅਦਰ ਪੀਪਲ ਸੈਂਸਿਬਿਲਿਟੀਜ਼, ਜਾਂ ਮੈਨੂੰ ਦੂਜੇ ਲੋਕਾਂ ਦੇ ਹਿਸਾਬ ਦੇ ਨਾਲ ਆਪਣੀ ਆਵਾਜ਼ ਨੂੰ ਟਾਲਣ ਵਾਸਤੇ ਨਹੀਂ ਕਹਿ ਸਕਦਾ। ਐਨੀ ਮੋਰ ਦੈਨ ਇਟ ਸੇਜ਼ ਦੈਟ ਆਈ ਸ਼ੈਲ ਨਾਟ ਵੈਕਸ ਮੁਸਟੈਸ਼ ਔਰ ਡਾਈ ਮਾਈ ਹੈਅਰ ਔਰ ਵੇਅਰ ਰਿੰਗਲੈਟਸ ਡਾਊਨ ਮਾਈ ਬੈਕ, ਜਿਸ ਤਰ੍ਹਾਂ ਮੈਨੂੰ ਇਹ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਮੈਂ ਆਪਣੇ ਵਾਲਾਂ ਨੂੰ ਰੰਗ ਕਰਾਂ ਜਾਂ ਮੈਂ ਆਪਣੀ ਮੁੱਛਾਂ ਨੂੰ ਰੰਗ ਕਰਾਂ, ਉਸੇ ਤਰ੍ਹਾਂ ਮੈਨੂੰ ਕਾਨੂੰਨ ਫੋਰਸ ਨਹੀਂ ਕਰ ਸਕਦਾ ਕਿ ਮੈਂ ਕਿਸੇ ਨੂੰ ਪਲੀਜ਼ ਕਵਾਂ। It is recognized the laceration of our feelings as a case of compensation, ਅਗਰ ਸਾਡੀ ਫੀਲਿੰਗਸ ਲੈਸੀਰੇਟ ਹੁੰਦੀਆਂ ਨੇ, ਲੈਸੀਰੇਸ਼ਨ ਮੀਨਸ ਹਰਟ, ਅਗਰ ਅਸੀਂ ਹਰਟ ਹੁੰਦੇ ਹਾਂ ਤਾਂ ਫਿਰ ਵੀ ਕਾਨੂੰਨ ਜਿਹੜਾ ਹੈ ਸਾਨੂੰ ਕੋਈ ਮੁਆਵਜ਼ਾ ਨਹੀਂ ਦੇਗਾ। ਕੰਪਨਸੇਸ਼ਨ ਮੀਨਸ ਮੁਆਵਜ਼ਾ, ਸਾਡੀਆਂ ਫੀਲਿੰਗਸ ਜ਼ਰੂਰ ਹਰਟ ਹੋਣਗੀਆਂ ਬਟ ਕਾਨੂੰਨ ਸਾਨੂੰ ਕੋਈ ਮੁਆਵਜ਼ਾ ਇਸ ਦਾ ਨਹੀਂ ਦੇਗਾ। There is no allowance for moral and intellectual damages in these matters, ਜਦੋਂ ਸਾਡੇ ਨਾਲ ਕੋਈ ਬੁਰਾ ਵਿਵਹਾਰ ਕਰਦਾ ਹੈ so definitely there is a moral damage, there is an intellectual damage, but we will not be allowed any allowance, ਸਾਨੂੰ ਉਸਦਾ ਕੋਈ allowance ਨਹੀਂ ਮਿਲੇਗਾ, ਕੋਈ ਮੁਆਵਜ਼ਾ ਨਹੀਂ ਮਿਲੇਗਾ। So this doesn't mean that the damages are negligible, ਮੁਆਵਜ਼ਾ ਨਹੀਂ ਮਿਲੇਗਾ ਬਟ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਡੈਮੇਜ ਹੋਇਆ ਉਹ ਨੈਗਲੀਜੀਬਲ ਸੀ, ਉਹ ਨਾ ਦੇ ਬਰਾਬਰ ਸੀ, ਨੁਕਸਾਨ ਤਾਂ ਹੋਇਆ ਹੀ ਹੈ। It is probable that the liftman was much more acutely hurt by what he regarded as a slur upon his social standing than he would have been if he had a kick on the shin, for which he could have got a legal redress। ਤਾਂ ਉਹ ਕਹਿ ਰਹੇ ਕਿ ਸ਼ਾਇਦ ਜਿਹੜਾ ਲਿਫਟਮੈਨ ਸੀ ਉਹਨੂੰ ਉਹ ਬਹੁਤ ਜ਼ਿਆਦਾ ਹੀ ਹਰਟ ਹੋਇਆ ਕਿਉਂਕਿ ਉਹਨੂੰ ਕੀ ਲੱਗਿਆ, ਹੀ ਰਿਗਾਰਡਡ ਐਜ਼ ਅ ਸਲਰ ਅਪੋਨ ਹਿਸ ਸੋਸ਼ਲ ਸਟੈਂਡਿੰਗ, ਉਹਨੂੰ ਲੱਗਿਆ ਕਿ ਉਹਦੀ ਇਨਸਲਟ ਹੋਈ ਹੈ। ਹੀ ਵੁਡ, ਉਹ ਇੰਨਾ ਦੁਖੀ ਉਦੋਂ ਵੀ ਨਾ ਹੁੰਦਾ ਅਗਰ ਉਸਨੂੰ ਕਿਸੇ ਨੇ ਕਿਕ ਔਨ ਦਾ ਸ਼ਿਨ, ਅਗਰ ਕਿਸੇ ਨੇ ਉਸਦੀ ਸ਼ਿਨ ਕਿਆ ਹੁੰਦਾ ਹੈ, ਵਾਟ ਇਜ਼ ਸ਼ਿਨ ਇਜ਼ ਲੋਅਰ ਪਾਰਟ ਆਫ ਦਾ ਲੈਗ, ਜਿਹੜੀ ਆਪਣੀ ਲੈਗ ਦਾ ਲੋਅਰ ਪਾਰਟ ਹੁੰਦਾ ਹੈ, ਥੱਲੇ ਵਾਲਾ ਪਾਰਟ ਹੁੰਦਾ ਹੈ, ਥੱਲੇ ਵਾਲੇ ਹਿੱਸੇ ਨੂੰ ਕੀ ਕਹਿੰਦੇ ਆ, ਸ਼ਿਨ। ਅਗਰ ਉਸ 'ਤੇ ਉਸਨੂੰ ਕਿਸੇ ਨੇ ਮਾਰਿਆ ਹੁੰਦਾ ਤਾਂ ਵੀ ਉਹਨੂੰ ਇੰਨਾ ਦੁੱਖ ਨਾ ਹੁੰਦਾ ਜਿੰਨਾ ਉਸਨੂੰ ਆਪਣੀ ਇਨਸਲਟ ਹੋਣ 'ਤੇ ਮਹਿਸੂਸ ਹੋਇਆ। ਅਗਰ ਉਸਨੂੰ ਕਿਸੇ ਨੇ ਮਾਰਿਆ ਹੁੰਦਾ ਉਹਨੂੰ ਲੀਗਲ ਰਿਡਰੈਸ ਵੀ ਮਿਲਦਾ, ਉਹਨੂੰ ਕਾਨੂੰਨ ਵੀ ਉਹਦੀ ਸਹਾਇਤਾ ਕਰ ਸਕਦਾ ਸੀ, ਬਟ ਜੋ ਉਹਦੀ ਇਨਸਲਟ ਹੋਈ ਉਹ ਉਹਦੇ ਨਾਲੋਂ ਵੀ ਮਾੜਾ ਸੀ, ਬਟ ਕਾਨੂੰਨ ਉਸ ਦੇ ਵਿੱਚ ਉਹਦੀ ਕੋਈ ਹੈਲਪ ਨਹੀਂ ਕਰ ਸਕਦਾ। The pain of wound to our self respect or our vanity may poison a whole day, ਅਗਰ ਸਾਡੀ ਸੈਲਫ ਰਿਸਪੈਕਟ ਨੂੰ ਧੱਕਾ ਲੱਗਦਾ ਹੈ, ਇਨਸਲਟ ਹੁੰਦੀ ਹੈ ਤਾਂ ਕਈ ਵਾਰ ਸਾਡਾ ਪੂਰਾ ਦਿਨ ਖਰਾਬ ਹੋ ਜਾਂਦਾ ਹੈ। I can imagine the liftman denied the relief of throwing the author of his wound out of the lift, brooding over the insult by the hour and visiting it on his wife in the evening as the only way of restoring his equilibrium। ਤਾਂ ਹੁਣ ਰਾਈਟਰ ਜਿਹੜਾ ਲਿਫਟਮੈਨ ਸੀ ਉਸਨੇ ਜਿਹੜਾ ਆਪਣਾ ਇਕੁਇਲੀਬ੍ਰੀਅਮ ਹੈ, ਸੰਤੁਲਨ ਹੈ, ਦੁਬਾਰਾ ਕਿਸ ਤਰ੍ਹਾਂ ਬਣਾਇਆ, ਸਾਰਾ ਦਿਨ ਉਹਦੇ ਬਾਰੇ ਹੀ ਸੋਚਦਾ, ਬਰੂਡਿੰਗ ਓਵਰ ਦਾ ਇਨਸਲਟ ਬਾਏ ਦਾ ਆਰ, ਸਾਰਾ ਟਾਈਮ ਜਦੋਂ ਉਸਦੇ ਬਾਰੇ ਹੀ ਸੋਚਦਾ ਰਿਹਾ ਤਾਂ ਉਹਨੇ ਆਪਣਾ ਗੁੱਸਾ ਬਾਅਦ 'ਚ ਕਿਸ 'ਤੇ ਕੱਢਿਆ, ਹੀ ਵਿਜ਼ਿਟਡ ਇਟ ਔਨ ਹਿਜ਼ ਵਾਈਫ। ਠੀਕ ਹੈ, ਤਾਂ ਤੁਹਾਨੂੰ ਇਹ ਕੁਐਸਚਨ ਪੁੱਛਿਆ ਜਾਏਗਾ, ਹਾਊ ਡਿਡ ਦ ਲਿਫਟਮੈਨ ਰਿਸਟੋਰ ਹਿਜ਼ ਇਕੁਇਲੀਬ੍ਰੀਅਮ, ਲਿਫਟਮੈਨ ਨੇ ਆਪਣਾ ਇਕੁਇਲੀਬ੍ਰੀਅਮ, ਆਪਣਾ ਸੰਤੁਲਨ ਕਿਸ ਤਰ੍ਹਾਂ ਬਣਾਇਆ, ਤਾਂ ਉਹਨੇ ਕਿਸ ਤਰ੍ਹਾਂ ਬਣਾਇਆ, ਬਾਈ ਵਿਜ਼ਿਟਿੰਗ ਹਿਜ਼ ਐਂਗਰ ਔਨ ਹਿਜ਼ ਵਾਈਫ। ਕੁਐਸਚਨ ਤੁਹਾਨੂੰ ਇਹ ਵੀ ਪੁੱਛਿਆ ਜਾਏਗਾ that why did the liftman throw the passenger out of the lift, so you will answer that he threw the passenger out of the lift because the passenger did not utter the word please।
For there are few things more catching than bad temper and bad manners. ਉਹ ਕਹਿੰਦੇ ਬਹੁਤ ਘੱਟ ਚੀਜ਼ਾਂ ਹੁੰਦੀਆਂ ਨੇ ਜਿਹੜੇ bad temper ਤੇ bad manners ਨਾਲੋਂ ਵੀ ਜ਼ਿਆਦਾ catchy ਹੋਣ. When Sir Anthony Absolute Bullet, Captain Absolute